ਸਟਾਰਟਅਪ ਵਿੱਚ ਤੁਹਾਡਾ ਸਵਾਗਤ ਹੈ ਜੀ। ਮੈਂ ਸਮਤ ਗਰੇਵਾਲ, ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ। ਤੁਹਾਡੇ ਲਈ ਫਿਰ ਸਟਾਰਟਅਪ ਦੇ ਵਿੱਚ ਇੱਕ ਨਵਾਂ ਐਪੀਸੋਡ ਲੈ ਕੇ ਹਾਜ਼ਰ ਹੋਏ ਹਾਂ। ਸਟਾਰਟਅਪ ਦੇ ਵਿੱਚ ਤੁਹਾਡੇ ਨਾਲ ਅਸੀਂ ਨਵੀਆਂ ਜਿਹੜੀਆਂ ਸਾਡੇ ਆਲੇ ਦੁਆਲੇ ਘਟਨਾਵਾਂ ਵਾਪਰਦੀਆਂ ਨੇ ਜਾਂ ਕੁਝ ਇਸ ਤਰ੍ਹਾਂ ਦੇ ਮਸਲੇ ਜਿਹੜੇ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੇ ਨੇ, ਉਹਨਾਂ ਸੰਬੰਧੀ ਗੱਲਬਾਤ ਕਰਦੇ ਹਾਂ। ਪਿਛਲੇ ਕਾਫੀ ਸਮੇਂ ਤੋਂ ਇੱਕ ਜਿਹੜਾ ਮਸਲਾ ਕਾਫੀ ਭਖਿਆ ਹੋਇਆ ਉਹ ਹੈ ਮਹਿੰਗਾਈ ਦਾ, ਇਨਫਲੇਸ਼ਨ। ਕਾਫੀ ਵੱਡਾ ਇਹ ਵਿਸ਼ਾ ਹੈ, ਜਿੰਨੀ ਮਰਜ਼ੀ ਇਹ 'ਤੇ ਗੱਲ ਕਰ ਲਓ, ਕਾਫੀ ਜਿਹੜੀ ਇਹ 'ਤੇ ਗੱਲਬਾਤ ਹੋ ਸਕਦੀ ਹੈ। ਪਰ ਕਿਉਂਕਿ ਆਪਣੇ ਕੋਲ ਸਮਾਂ ਸੀਮਤ ਹੁੰਦਾ, ਸੋ ਇਸ ਸਮੇਂ ਦੇ ਦੌਰਾਨ ਹੀ ਅਸੀਂ ਤੁਹਾਡੇ ਨਾਲ ਕੁਝ ਚਰਚਾ ਕਰਾਂਗੇ ਇਸ ਦੇ ਉੱਤੇ। ਸੋ ਅੱਜ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਨੇ ਹਰਕੀਰਤ ਜੀ, ਜਿਨ੍ਹਾਂ ਦੇ ਨਾਲ ਇਸ ਵਿਸ਼ੇ 'ਤੇ ਕੁਝ ਵਿਚਾਰ ਚਰਚਾ ਕਰਾਂਗੇ। ਹਰਕੀਰਤ ਜੀ, ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਸਿਮਰਤ ਜੀ। ਹਰਕੀਰਤ ਜੀ, ਪਿਛਲੇ ਕਾਫੀ ਸਮੇਂ ਤੋਂ ਜਿਹੜਾ ਮਹਿੰਗਾਈ ਆ ਉਹ ਚਰਚਾ ਦੇ ਵਿੱਚ ਹੈ, ਕਿਉਂਕਿ ਲਗਾਤਾਰ ਪੂਰੀ ਦੁਨੀਆ ਦੇ ਵਿੱਚ ਜਿਹੜੀ ਮਹਿੰਗਾਈ ਵੱਧਦੀ ਜਾ ਰਹੀ ਹੈ। ਖਾਸ ਕਰ ਜਿਹੜੇ ਕੁਝ ਸਮੇਂ ਤੋਂ ਜਿਹੜੀ ਮਹਿੰਗਾਈ ਇੱਕਦਮ ਕਾਫੀ ਵੱਡਾ ਜੰਪ ਮਾਰਿਆ ਮਹਿੰਗਾਈ ਨੇ, ਅਤੇ ਇਹ ਆਮ ਹੀ ਆਪਾਂ ਖਬਰਾਂ 'ਚ ਹੁਣ ਪਿਛਲੇ ਦਿਨਾਂ ਵਿੱਚ ਦੇਖਦੇ ਆਏ ਹਾਂ ਕਿ 40 ਸਾਲ ਦਾ ਰਿਕਾਰਡ ਤੋੜ ਦਿੱਤਾ ਮਹਿੰਗਾਈ ਨੇ, ਖਾਸ ਕਰਕੇ 41 ਇਅਰਸ ਦੀ ਹਾਈਐਸਟ ਹੈ ਹੁਣ ਇਸ ਟਾਈਮ। ਅਤੇ ਜੋ ਇਨਫਲੇਸ਼ਨ ਦਾ ਜੋ ਪਿਛਲੇ ਜੇ ਆਪਾਂ ਚਾਰਟ ਦੇਖੀਏ ਤਾਂ ਜਿਹਦੇ ਵਿੱਚ ਇਹ ਵੀ ਦਰਸਾਉਂਦੇ ਨੇ ਵੀ 1970 ਤੋਂ ਲੈ ਕੇ ਹੁਣ ਤੱਕ ਜਿਹੜੀ ਇਨਫਲੇਸ਼ਨ ਹੈ ਕਿਵੇਂ ਵਧੀ ਹੈ। ਜੇ ਇੱਕ ਕੌਫੀ ਦੇ ਕੱਪ ਦੇ ਨਾਲ ਉਹਨਾਂ ਨੇ ਐਗਜ਼ਾਮਪਲ ਦਿੱਤੀ ਹੈ ਕਿ ਹਰ 10 ਸਾਲਾਂ ਬਾਅਦ 25% ਜਿਹੜਾ ਕੌਫੀ ਦੇ ਕੱਪ ਦੇ ਵਿੱਚ ਵਾਧਾ ਹੁੰਦਾ ਸੀ, ਪਰ ਜਿਹੜੇ ਪਿਛਲੇ ਕੁਝ ਸਾਲਾਂ ਦੇ ਵਿੱਚ ਹੀ ਜਿਹੜਾ ਉਹ ਵੱਡਾ ਉਛਾਲ ਜਿਹੜਾ ਉਸ ਕੌਫੀ ਦੇ ਕੱਪ ਦੀ ਕੀਮਤ ਦੇ ਵਿੱਚ ਆਇਆ। ਸੋ ਤਾਂ ਹੀ ਜਿਹੜਾ ਹੁਣ ਇਨਫਲੇਸ਼ਨ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਵੀ, ਕਿਉਂਕਿ ਲਗਾਤਾਰ ਇਹ ਵੱਧ ਰਹੀ ਹੈ ਅਤੇ ਸਰਕਾਰਾਂ ਵੱਲੋਂ ਵੀ ਜੀ ਤੋੜ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਇਸ ਨੂੰ ਕਿਵੇਂ ਨਾ ਕਿਵੇਂ ਕੰਟਰੋਲ ਕੀਤਾ ਜਾਵੇ। ਹੁਣ ਆਪਾਂ ਦੇਖਦੇ ਹੀ ਹਾਂ ਵੀ ਕੈਨੇਡਾ ਦੇ ਵਿੱਚ ਵੀ ਬੈਂਕ ਆਫ ਕੈਨੇਡਾ ਲਗਾਤਾਰ ਇੰਟਰਸਟ ਰੇਟ ਵਧਾ ਰਹੀ ਹੈ, ਅਮਰੀਕਾ ਦੇ ਵਿੱਚ ਵੀ ਲਗਾਤਾਰ ਇੰਟਰਸਟ ਰੇਟ ਵਧਾਏ ਜਾ ਰਹੇ ਨੇ। ਸੋ ਸਭ ਤੋਂ ਪਹਿਲਾਂ ਆਪਾਂ ਇਸ ਤੋਂ ਸ਼ੁਰੂ ਕਰਦੇ ਹਾਂ ਵੀ ਤੁਸੀਂ ਕਿਵੇਂ ਦੇਖਦੇ ਹੋ ਇਨਫਲੇਸ਼ਨ ਨੂੰ? ਸਿਮਰਤ ਜੀ, ਇਨਫਲੇਸ਼ਨ ਬਾਰੇ ਪਹਿਲਾਂ ਮੈਂ ਥੋੜ੍ਹੇ ਜਿਹੇ ਰੀਸੈਂਟ ਜਿਹੜੇ ਮੰਥਸ ਉਹਨਾਂ ਬਾਰੇ ਆਪਾਂ ਗੱਲ ਕਰੀਏ। ਬਿਲਕੁਲ। ਕਿ ਜੂਨ ਵਿੱਚ ਹਾਈਐਸਟ ਸੀ 8.1 ਜਿਹੜਾ ਸੀ, ਔਰ ਉਸ ਤੋਂ ਬਾਅਦ ਫਿਰ ਜੁਲਾਈ ਵਿੱਚ 7.6 ਹੋਈ, ਔਰ ਹੁਣ ਅਗਸਤ ਵਿੱਚ ਉਹ 7% ਦੇ ਕਰੀਬ ਜਿਹੜੀ ਇਨਫਲੇਸ਼ਨ ਹੈ ਆ ਗਈ ਹੈ। ਥੋੜੀ ਸਲੋ ਡਾਊਨ ਹੋਈ ਹੈ। ਉਹ ਇਸ ਕਰਕੇ ਸਲੋ ਡਾਊਨ ਹੋਈ ਹੈ ਕਿ ਜਿਹੜੇ ਗੈਸ ਪ੍ਰਾਈਜ਼ਸ ਨੇ ਉਹ ਡਾਊਨ ਚਲੇ ਗਏ ਨੇ। ਹਾਂਜੀ, ਕਾਫੀ। ਮੋਰਓਵਰ 10% ਆਫ ਦਾ ਜਿਹੜੇ ਫੂਡ ਪ੍ਰੋਡਕਟ ਨੇ, ਫੂਡ ਪ੍ਰਾਈਜ਼ਸ ਨੇ, ਉਹ ਹਾਈ ਰਾਈਜ਼ ਹੋਏ ਨੇ, ਲੇਕਿਨ ਜਿਹੜੇ ਗੈਸ ਪ੍ਰਾਈਜ਼ਸ ਨੇ ਉਹ ਅਰਾਊਂਡ 20% ਜਿਹੜੇ ਹੈਗੇ ਨੇ ਉਹ ਦੇ ਕਰੀਬ ਡਾਊਨ ਹੋ ਗਏ ਨੇ। ਸੋ ਜਦ ਜਿਹੜੀ ਬੇਸਿਕ ਚੀਜ਼ ਆਪਾਂ ਦੇਖੀਏ ਤਾਂ ਜਿਹੜੀ ਇਨਫਲੇਸ਼ਨ ਦੇ ਹੁਣ ਘਟਣ ਦੇ ਪਿਛਲੇ 3 ਮਹੀਨੇ ਦੀ ਆਪਾਂ ਗੱਲ ਕਰੀਏ ਤਾਂ ਗੈਸ ਪ੍ਰਾਈਜ਼ਸ ਦਾ ਇਹਦਾ ਮੇਜਰ ਥਿੰਗ ਹੈ ਵੀ ਉਹ ਪ੍ਰਾਈਸ ਘਟਣ ਦੇ ਨਾਲ ਜਿਹੜੀ ਇਨਫਲੇਸ਼ਨ ਹੈ ਉਹ ਘਟੀ ਹੈ। ਲੇਕਿਨ ਮੋਰ ਓਵਰ ਜਦ ਆਪਾਂ ਗੱਲ ਕਰੀਏ ਫੂਡ ਦੀ ਔਰ ਬਾਕੀ ਚੀਜ਼ਾਂ ਦੀ, ਸਮਝ ਜੀ ਆਪਾਂ ਗੱਲ ਹੁੰਦੀ ਹੈ ਕਿ ਬਾਸਕਟ ਆਫ ਸਿਲੈਕਟਡ ਗੁੱਡਸ ਜਿਹਨੂੰ ਆਪਾਂ ਕਹਿੰਦੇ ਹੈਗੇ ਆ। ਸੋ ਇਨਫਲੇਸ਼ਨ ਦਾ ਮਤਲਬ ਇਹ ਹੁੰਦਾ ਕਿ ਜੇ ਸਪੋਜ਼ ਕਰੋ ਆਪਾਂ ਇੱਕ ਸਿਲੈਕਟਡ ਗੁੱਡਸ ਦੀ ਬਾਸਕਟ ਲਈਏ, ਉਹਦੀ ਜਿਹੜੀ ਪ੍ਰਾਈਸ ਹੈ ਉਹ ਅੱਜ ਤੋਂ 5 ਸਾਲ ਪਹਿਲਾਂ ਉਹਦੀ ਪ੍ਰਾਈਸ ਆਪਾਂ ਉਹ ਕੀ ਪ੍ਰਾਈਸ ਸੀ ਇੱਕ ਸਿਲੈਕਟਡ ਗੁੱਡ ਜਿਹੜੇ ਕਿ ਆਮ ਬੰਦੇ ਨੂੰ ਇੱਕ ਜੀਣ ਵਾਸਤੇ, ਇੱਕ ਖਾਣ ਵਾਸਤੇ ਲੋੜ ਹੁੰਦੀ ਹੈਗੀ ਹੈ। ਉਹਦੇ ਵਿੱਚ ਭਾਵੇਂ ਤੁਸੀਂ ਆਇਲ ਕਹ ਲਓ, ਫੂਡ ਕਹ ਲਓ, ਹੋਰ ਐਸੈਂਸ਼ੀਅਲ ਆਈਟਮਸ ਜਿਹੜੀਆਂ ਹੁੰਦੀਆਂ ਨੇ ਉਹ ਲਾ ਲਓ, ਸਾਰੀਆਂ ਚੀਜ਼ਾਂ, ਈਵਨ ਇੱਥੋਂ ਤੱਕ ਕਿ ਜਿਹੜੀ ਤੁਹਾਡਾ ਪਰਚੇਸਿੰਗ, ਜਿਹੜੀ ਕੋਈ ਵੀ ਚੀਜ਼ ਪਰਚੇਜ਼ ਕਰਨੀ ਆ, ਟੈਂਜੀਬਲ ਪ੍ਰੋਪਰਟੀਜ਼ ਹੁੰਦੀਆਂ ਨੇ, ਉਹਨਾਂ ਦੀ ਜਿਹੜੀ ਪ੍ਰਾਈਸਿਸ ਹੁੰਦੀਆਂ ਨੇ ਉਹ ਕੀ ਤੁਸੀਂ ਪਰਚੇਜ਼ ਕਰ ਸਕਦੇ ਹੋ, ਘੱਟ ਕਰ ਸਕਦੇ ਹੋ, ਵੱਧ ਕਰ ਸਕਦੇ ਹੋ, ਉਹ ਸਿਲੈਕਟਡ ਗੁੱਡਸ ਹੁੰਦੀ ਬਾਸਕਟ, ਉਹਨੂੰ ਕੰਪੇਅਰ ਕਰਿਆ ਜਾਂਦਾ ਹੈਗਾ। ਫਿਰ ਦੇਖਿਆ ਜਾਂਦਾ ਕਿ ਜਿਹੜਾ ਤੁਹਾਡਾ ਜਿਹੜੀ ਇਨਫਲੇਸ਼ਨ ਹੈ ਉਹ ਕਿੱਥੇ ਖੜੀ ਹੈਗੀ ਹੈ। ਠੀਕ ਹੈ, ਬਿਲਕੁਲ। ਸੋ ਇਹ ਜਿਹੜੀ ਇਨਫਲੇਸ਼ਨ ਹੈ, ਲੇਕਿਨ ਬੇਸਿਕਲੀ ਇਹਨੂੰ ਆਪਾਂ ਕਹਿੰਦੇ ਕੀ ਹੈ ਵੀ ਕਿਉਂ, ਇਹਦਾ ਮਤਲਬ ਕੀ ਹੈ, ਇਹ ਘਟਦੀ ਵੱਧਦੀ ਰਹਿੰਦੀ ਹੈ, ਕਿਉਂ ਰਹਿੰਦੀ ਹੈ, ਇਹ ਸਭ ਚੀਜ਼ਾਂ ਦੇ ਜਿਵੇਂ ਹੁਣ ਜੇ ਆਪਾਂ ਗੱਲ ਕਰੀਏ ਕਿ ਹੁਣ ਕਿਉਂ ਘਟੀ ਵਧੀ ਹੈਗੀ ਹੈ। ਹੁਣ ਜਿਹੜੇ ਮੇਜਰ ਜਿਹੜੇ ਕਾਰਨ ਹੈ ਸੀ ਉਹ ਇਹ ਸੀ, ਸਭ ਤੋਂ ਵੱਡਾ ਕਾਰਨ ਹੈ ਸੀ ਪੈਂਡੈਮਿਕ। 2 ਸਾਲ ਇਸੇ ਵਿੱਚ ਲੰਘ ਗਏ ਨੇ। 2 ਸਾਲ ਇਸ ਵਿੱਚ ਲੰਘ ਗਏ। ਦੂਸਰਾ ਬਹੁਤ ਵੱਡਾ ਇਹਦਾ ਕਾਰਨ ਸੀ ਜਿਹੜਾ ਹੁਣ ਹੈ, ਜਿਹੜਾ ਇਸ ਸਾਲ ਦਾ 2022 ਦਾ ਜਿਹੜਾ ਕਾਰਨ ਹੈ ਉਹ ਹੈਗਾ ਜੀ ਯੂਕਰੇਨ ਵਾਰ। ਹੁਣ ਆਪਾਂ ਕਹੀਏ ਵੀ ਸਿਰਫ ਆਪਾਂ ਕਹਿ ਕੇ ਗੱਲ ਕਰ ਦਈਏ ਕਿ ਠੀਕ ਹੈ ਜੀ ਯੂਕਰੇਨ ਵਾਰ ਦਾ ਕੀ ਅਸਰ ਹੈਗਾ। ਯੂਕਰੇਨ ਵਾਰ ਦੇ ਅਸਰ ਇਹ ਨਹੀਂ ਹੈ ਕਿ ਯੂਕਰੇਨ ਵਾਰ ਨਾਲ ਕਿਸੇ ਨੂੰ ਡਾਇਰੈਕਟਲੀ ਅਸਰ ਪੈ ਰਿਹਾ ਹੈਗਾ। ਯੂਕਰੇਨ ਵਾਰ ਦਾ ਅਸਰ ਇੱਕ ਜਿਹੜਾ ਮੇਜਰ ਜਿਹੜੀ ਚੀਜ਼ ਹੈ ਕਿ ਫੂਡ ਪ੍ਰਾਈਜ਼ਸ ਕਿਉਂ ਵਧੇ ਨੇ, ਬਿਕੋਜ਼ ਜਿਹੜਾ ਯੂਕਰੇਨ ਜਿਹੜਾ ਹਾਈਐਸਟ ਐਕਸਪੋਰਟਰ ਆਫ ਦਾ ਵੀਟ, ਹੁਣ ਵੀਟ ਇਜ਼ ਮੇਜਰ, ਜਿਹੜਾ ਕਿ ਸਭ ਦੁਨੀਆ 'ਚ ਜਿਹੜੇ ਲੋਕ ਖਾਂਦੇ ਨੇ, ਬ੍ਰੈਡ, ਰੋਟੀ। ਮਤਲਬ ਜੇ ਸਿੱਧੇ ਤੌਰ 'ਤੇ ਹੁਣ ਆਪਾਂ ਲੋਕ ਨੇ ਰੋਟੀ ਖਾਂਦੇ ਆ, ਵੀ ਭਾਵੇਂ ਤੁਸੀਂ ਸਿੱਧੇ ਤੌਰ 'ਤੇ ਰੋਟੀ ਨਹੀਂ ਵੀ ਖਾਂਦੇ, ਪਰ ਫਿਰ ਵੀ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਜਿਹੜੀ ਵੀਟ ਕਿਤੇ ਨਾ ਕਿਤੇ ਯੂਜ਼ ਹੁੰਦੀ ਹੈ, ਹਰ ਜਗ੍ਹਾ ਵੀਟ ਯੂਜ਼ ਹੁੰਦੀ ਹੈ ਜੀ, ਵੀਟ ਸਾਰੇ ਕੰਟਰੀ। ਔਰ ਸੈਕੰਡ ਜਿਹੜੀ ਚੀਜ਼ ਹੈਗੀ ਹੈ ਉਹ ਆਇਲ, ਗੈਸ ਪ੍ਰਾਈਜ਼ਸ।
ਸੋ ਇਹ ਉਹਦੇ ਨਾਲ ਕਿਉਂਕਿ ਜਿਹੜੀ ਫਿਊਲ ਹੈਗਾ ਗੈਸ ਉਹ ਰਸ਼ੀਆ ਉਹਦਾ ਵਨ ਆਫ ਦਾ ਲਾਰਜੈਸਟ ਐਕਸਪੋਰਟਰ ਹੈ ਉਸ ਚੀਜ਼ ਦਾ। ਬਿਲਕੁਲ। ਸੋ ਉਹਦੇ ਨਾਲ ਜਦ ਇਹ ਗੱਲ ਹੋਈ ਹੈ ਕਿ ਇਹ ਜਿਹੜੀ ਮੇਜਰ ਕਾਰਨ ਮੈਂ ਆਪਾਂ ਲੇਟੈਸਟ ਗੱਲ ਕਰ ਰਹੇ ਹਾਂ, ਜੇ 2020 ਦੀ ਆਪਾਂ ਗੱਲ ਕਰੀਏ ਉਹਦੇ ਵਿੱਚ ਇਹ ਹੋਇਆ ਕਿ ਜਦ ਪੈਂਡੈਮਿਕ ਆਇਆ ਤਾਂ ਉਹਦੇ ਨਾਲ ਜਿਹੜੀ ਮੇਜਰ ਸਪਲਾਈ ਚੇਨ ਜਿਹੜੀ ਡਿਸਰਪਟ ਹੋ ਗਈ ਹੈ। ਸੋ ਜੇ ਡਿਮਾਂਡ ਘਟ ਜਾਂਦੀ, ਡਿਮਾਂਡ ਜੋ ਵੱਧ ਜਾਂਦੀ ਹੈਗੀ ਹੈ ਤਾਂ ਡੈਫੀਨਿਟਲੀ ਪ੍ਰਾਈਸਿਸ ਵੀ ਉਸ ਚੀਜ਼ ਦੇ ਵੱਧ ਜਾਂਦੇ ਨੇ, ਕਿਉਂਕਿ ਜੇ ਡਿਮਾਂਡ ਵੱਧਦੀ ਹੈ ਤਾਂ ਸਪਲਾਈ ਘਟ ਜਾਂਦੀ ਹੈ। ਤਾਂ ਜੇ ਡਿਮਾਂਡ ਐਂਡ ਸਪਲਾਈ ਜਦ ਗੈਪ ਪੈਦਾ ਹੋ ਜਾਂਦਾ ਤਾਂ ਉਹ ਪ੍ਰਾਈਸਿਸ ਨੂੰ ਰਾਈਜ਼ ਕਰਨ ਵਿੱਚ ਬਹੁਤ ਜ਼ਿਆਦਾ ਉਹ ਹੈਲਪ ਕਰਦਾ ਹੈਗਾ। ਤਾਂ ਜਦ ਪ੍ਰਾਈਸਿਸ ਰਾਈਜ਼ ਹੁੰਦੇ ਨੇ ਡੈਫੀਨਿਟਲੀ ਫਿਰ ਇੱਕ ਚੀਜ਼ ਦੇ ਨਾਲ ਉਹ ਇੱਕ ਸਨੋਬਾਲ ਇਫੈਕਟ ਹੁੰਦਾ, ਬਾਕੀ ਚੀਜ਼ਾਂ ਦੇ ਪ੍ਰਾਈਸ ਵੀ ਰਾਈਜ਼ ਹੁੰਦੇ ਨੇ ਔਰ ਇਨਫਲੇਸ਼ਨ ਇਸ ਤਰ੍ਹਾਂ ਵੱਧਦੀ ਜਾਂਦੀ ਹੈਗੀ ਹੈ। ਠੀਕ ਹੈ। ਸੋ ਇਹ ਬੇਸਿਕ ਚੀਜ਼ਾਂ ਦੀ ਮੈਂ ਗੱਲ ਕਰ ਰਿਹਾ ਹੈਗਾ ਇਸ ਚੀਜ਼ ਦੇ ਵਿੱਚ। ਠੀਕ ਹੈ। ਅੱਛਾ, ਤੁਸੀਂ ਜਿਵੇਂ ਹੁਣ ਕਾਰਨ ਦੱਸੇ ਹੀ ਨੇ, ਬਹੁਤੀ ਵਾਰੀ ਜਿਹੜੀ ਮਹਿੰਗਾਈ ਨੂੰ ਆਪਾਂ ਇਸ ਤਰ੍ਹਾਂ ਲੈਂਦੇ ਹਾਂ ਵੀ ਮਹਿੰਗਾਈ ਜਦੋਂ ਵੱਧਦੀ ਹੈ ਤਾਂ ਲੋਕਾਂ ਦੇ ਵਿੱਚ ਕਾਫੀ ਜਿਹੜਾ ਪੈਨਿਕ ਕ੍ਰੀਏਟ ਹੁੰਦਾ, ਲੋਕ ਪਰੇਸ਼ਾਨ ਹੋ ਜਾਂਦੇ ਨੇ ਵੀ ਜਿਹੜੀ ਚੀਜ਼ਾਂ ਦੀ ਲਗਾਤਾਰ ਕੀਮਤ ਵੱਧ ਰਹੀ ਹੈ। ਪਰ ਜੇ ਆਪਾਂ ਇਕਨੋਮਿਕਲੀ ਦੇਖੀਏ, ਜਿਹੜੇ ਮਾਹਰ ਨੇ ਉਹ ਕਿਸ ਤਰ੍ਹਾਂ ਦੇਖਦੇ ਕਿ ਇਹਦੇ ਐਡਵਾਂਟੇਜ ਵੀ ਹੈਗੇ ਜਾਂ ਡਿਸਐਡਵਾਂਟੇਜ ਹੀ ਹੈ ਸਾਰੇ? ਹਾਂਜੀ, ਪਹਿਲਾਂ ਤਾਂ ਆਪਾਂ ਨੂੰ ਇਹ ਦੇਖਣਾ ਬਹੁਤ ਜ਼ਰੂਰੀ ਹੈ ਕਿ ਜਿਹੜੀ ਇਨਫਲੇਸ਼ਨ ਉਹ ਹੁੰਦੀ ਕਿੰਨੇ ਪ੍ਰਕਾਰ ਦੀ ਹੈਗੀ ਹੈ। ਯੂਜੂਅਲੀ ਜਿਹੜੇ ਮਾਹਿਰ ਨੇ ਉਹ 3 ਪ੍ਰਕਾਰ ਦੀ ਜਿਹੜੀ ਇਨਫਲੇਸ਼ਨ ਨੂੰ ਕਰਦੇ ਨੇ। ਪਹਿਲੀ ਹੁੰਦੀ ਹੈ ਕਿ ਡਿਮਾਂਡ ਪੁੱਲ ਇਨਫਲੇਸ਼ਨ। ਡਿਮਾਂਡ ਪੁੱਲ ਇਨਫਲੇਸ਼ਨ ਇਹ ਹੁੰਦੀ ਹੈ ਕਿ ਜਦ ਕਿਸੇ ਵੀ ਚੀਜ਼ ਦੀ ਡਿਮਾਂਡ ਵੱਧ ਜਾਂਦੀ ਹੈਗੀ ਹੈ, ਜਦ ਡਿਮਾਂਡ ਵੱਧਦੀ ਹੈ ਤਾਂ ਉਹਦੇ ਪ੍ਰਾਈਸਿਸ ਉਹ ਲੋਕ ਉਸ ਚੀਜ਼ ਨੂੰ ਵੱਧ ਪੇ ਕਰਨ ਦੀ ਕੋਸ਼ਿਸ਼ ਕਰਦੇ ਨੇ ਔਰ ਜਦੋਂ ਵੱਧ ਪੇ ਕਰਦੇ ਨੇ ਤਾਂ ਫਿਰ ਹੋਰ ਡਿਮਾਂਡ ਵੱਧਦੀ ਹੈ ਤੇ ਪ੍ਰਾਈਸ ਹੋਰ ਵੱਧਦੇ ਨੇ। ਦਿਸ ਇਜ਼ ਵਨ ਥਿੰਗ। ਸੈਕੰਡ ਹੈਗਾ ਜੀ ਕਾਸਟ ਪੁੱਲ। ਸੌਰੀ, ਜੇ ਕਿਸੇ ਵੀ ਚੀਜ਼ ਦੀ ਮੈਨੂਫੈਕਚਰਿੰਗ ਕਾਸਟ ਵੱਧ ਜਾਂਦੀ ਹੈਗੀ ਹੈ ਤਾਂ ਜੇ ਮੈਨੂਫੈਕਚਰਿੰਗ ਕਾਸਟ ਵੱਧਦੀ ਹੈ, ਜਿਹੜਾ ਇੱਕ ਬਿਜ਼ਨਸਮੈਨ ਹੈ, ਜਿਹੜਾ ਸਪਲਾਇਰ ਹੈ, ਉਹ ਉਸ ਦੀ ਕਾਸਟ ਵਧਾ ਦਿੰਦਾ ਕਿਉਂਕਿ ਉਹਦੀ ਮੈਨੂਫੈਕਚਰਿੰਗ ਕਾਸਟ ਵੱਧ ਰਹੀ ਹੈਗੀ ਹੈ। ਜਦੋਂ ਮੈਨੂਫੈਕਚਰਿੰਗ ਤੋਂ ਸਟਾਰਟ ਹੁੰਦੀ ਹੈ ਤਾਂ ਫਿਰ ਉਹ ਜਦ ਤੋਂ ਕੰਜ਼ਿਊਮਰ ਤੱਕ ਪਹੁੰਚਦੀ ਹੈ ਉਹ ਚੀਜ਼ ਤਾਂ ਉਹਦੀ ਪ੍ਰਾਈਸ ਵਿੱਚ ਵਾਧਾ ਹੁੰਦਾ ਰਹਿੰਦਾ ਹੈਗਾ, ਚਾਹੇ ਉਹ 2-3% ਕਰਕੇ ਜਾਂ ਵਾਧਾ ਹੁੰਦਾ, ਲੇਕਿਨ ਜਿਹੜਾ ਐਂਡ ਗੁੱਡ ਸਾਡੇ ਤੱਕ ਆਉਂਦੇ ਨੇ ਉਹ ਘੱਟ ਘੱਟ 20 ਤੋਂ 25% ਤੱਕ ਉਹ ਗੁੱਡਸ ਵਧੇ ਹੁੰਦੇ ਨੇ। ਸੋ ਇੱਕ ਉਹ ਕਾਸਟ ਪ੍ਰੋਡਕਸ਼ਨ ਜਿਹੜੀ ਹੁੰਦੀ ਹੈ ਉਹਦੇ ਬਦਲਣਾ ਇਨਫਲੇਸ਼ਨ ਹੁੰਦੀ ਹੈਗੀ ਹੈ। ਤੇ ਜਿਹੜੀ ਤੀਸਰੀ ਹੁੰਦੀ ਹੈ ਜੀ ਬਿਲਟ ਇਨ ਇਨਫਲੇਸ਼ਨ ਹੁੰਦੀ ਹੈਗੀ। ਉਹ ਇਸ ਤਰ੍ਹਾਂ ਹੁੰਦੀ ਹੈ ਕਿ ਬਹੁਤ ਲੋਕ ਇਹ ਹੁੰਦੇ ਨੇ ਕਿ ਸਪੋਜ਼ ਕਰੋ ਜਿਵੇਂ ਕਿ ਓਨਟਾਰੀਓ ਦੇ ਵਿੱਚ ਆਪਾਂ ਗੱਲ ਕਰੀਏ ਕਿ ਹੁਣ ਜਿਹੜੀ ਇੱਥੇ ਦੇ ਵੇਜਸ ਨੇ ਉਹ ਵੇਜਸ ਹੈਗੇ $15 ਔਰ ਸਮਥਿੰਗ ਸੈਂਟ ਪਰ ਆਵਰ, ਰਾਈਟ। ਇਸ ਤਰ੍ਹਾਂ ਹੀ ਬਾਕੀ ਅਲੱਗ-ਅਲੱਗ ਜਿਹੜੇ ਪ੍ਰੋਵਿੰਸਸ ਨੇ ਉਹਨਾਂ 'ਚ ਅਲੱਗ-ਅਲੱਗ ਵੇਜਸ ਜਿਹੜੇ ਹੈ ਨੇ ਉਹ ਹੈ। ਲੇਕਿਨ ਕਈ ਵਾਰ ਇਹ ਹੁੰਦਾ ਹੈ ਕਿ ਜਦ ਪ੍ਰਾਈਸਿਸ ਵਧਣ ਲੱਗ ਜਾਂਦੇ ਨੇ ਜਦ ਡਿਊ ਕੋਰਸ ਆਫ ਟਾਈਮ ਇੱਕ ਆਮ ਜਿਹੜਾ ਇਨਸਾਨ ਹੈ, ਜਿਹੜਾ ਆਮ ਵਰਕਰ ਹੈ, ਉਹ ਆਪਣੀ ਵੇਜਸ ਨੂੰ ਵੱਧ ਮੰਗਣ ਦੀ ਕੋਸ਼ਿਸ਼ ਕਰਦਾ ਕਿ ਮੇਰੇ ਤੁਸੀਂ ਵੇਜਸ ਵਧਾਓ। ਬਿਲਕੁਲ। ਜਦ ਵੇਜਸ ਵਧਦੇ ਨੇ ਤਾਂ ਸਭ ਤੋਂ ਜ਼ਿਆਦਾ ਇਫੈਕਟ ਕਿਹਦੇ ਤੇ ਪੈਂਦਾ? ਇੰਪਲੋਇਰ ਤੇ ਪੈਂਦਾ, ਉਹ ਬਿਜ਼ਨਸਮੈਨ ਤੇ ਪੈਂਦਾ ਜਿਹੜਾ ਉਹਨਾਂ ਨੂੰ ਉਹ ਵਰਕ ਦੇ ਰਿਹਾ ਹੈ। ਤਾਂ ਉਹ ਕੀ ਕਰਦਾ ਹੈ? ਉਹ ਆਪਣੇ ਜਾਂ ਤਾਂ ਕੀ ਕਰੇਗਾ, ਉਹ ਜਾਂ ਤਾਂ ਉਹ ਆਪਣੇ ਜਿਹੜੀ ਮੈਨ ਫੋਰਸ ਪਾਵਰ ਹੈ ਜਾਂ ਉਹਨਾਂ ਨੂੰ ਘਟਾਉਣ ਦੀ ਕੋਸ਼ਿਸ਼ ਕਰੇਗਾ। ਠੀਕ ਹੈ ਨਾ, ਆਪਣੇ ਇੰਪਲੋਈਜ਼ ਨੂੰ ਉਹ ਕਹੇਗਾ ਵੀ ਉਹਨਾਂ ਨੂੰ ਕਹੇਗਾ ਵੀ ਠੀਕ ਹੈ ਤੁਸੀਂ ਮੈਨੂੰ 4 ਇੰਪਲੋਈ ਦੀ ਜਗ੍ਹਾ 3 ਇੰਪਲੋਈ ਦੀ ਲੋੜ ਹੈ, ਕਿਉਂਕਿ ਅਲਟੀਮੇਟਲੀ ਉਹ ਆਪਣਾ ਪ੍ਰੋਫਿਟ ਨੂੰ ਤਾਂ ਨਹੀਂ ਘਟਾ ਸਕੇਗਾ, ਉਹਨੇ ਆਪਣਾ ਮੇਨਟੇਨ ਰੱਖਣਾ ਉਸ ਚੀਜ਼ ਦਾ। ਔਰ ਫਿਰ ਕੀ ਹੋਏਗਾ? ਉਹ ਅਗੇਨ ਇਟਸ ਅ ਸਰਕਲ। ਜਦੋਂ ਵੇਜਸ ਵਧਣਗੇ ਤਾਂ ਫਿਰ ਉਹ ਅਨਪਲੋਇਮੈਂਟ ਵੱਧ ਜਾਏਗੀ। ਬਿਲਕੁਲ। ਕਿਉਂ? ਨੈਚੁਰਲ ਗੱਲ ਹੈ ਕਿ ਜਿਹੜਾ ਕੋਈ ਵੀ ਬਿਜ਼ਨਸਮੈਨ ਹੈ ਉਹ ਇਹ ਸੋਚਦਾ ਹੋਊਗਾ ਕਿ ਜਿੱਥੇ ਮੈਂ 20 ਇੰਪਲੋਈਜ਼ ਨਾਲ ਕੰਮ ਚਲਾਉਣਾ, ਹੋ ਸਕਦਾ ਮੈਂ 18 ਨਾਲ ਕੰਮ ਚਲਾਵਾਂ। ਤਾਂ ਜੇ 10% ਤੱਕ ਵੀ ਉਹ ਜਿਹੜੀ ਲੇ ਆਫ ਦਿੰਦਾ ਹੈਗਾ, ਲੇਕਿਨ ਉਹਦੇ ਨਾਲ ਫਿਰ ਉਹੀ ਗੱਲ ਆ ਜਾਂਦੀ ਹੈਗੀ ਹੈ, ਫਿਰ ਉਹ ਕਾਸਟ ਫਿਰ ਵਧਣੀ ਸ਼ੁਰੂ ਹੋ ਜਾਂਦੀ ਹੈਗੀ ਹੈ। ਸੋ ਇੱਕ ਬੇਸਿਕ ਸਾਈਕਲ ਦੇ ਵਿੱਚ ਆਪਾਂ ਆ ਜਾਂਦੇ ਹੈਗੇ ਹਾਂ। ਲੇਕਿਨ ਇਹਦੇ ਵਾਸਤੇ ਸਾਰੀ ਚੀਜ਼ ਜਿਹੜੀ ਬੇਸਿਕ ਜਿਹੜੀ ਚੀਜ਼ ਹੁੰਦੀ ਹੈ ਉਹ ਗਵਰਨਮੈਂਟ ਜਿਹੜੇ ਕਿ ਸਾਡੇ ਮਾਹਿਰ ਨੇ, ਜਿਹੜੇ ਕਿ ਫਾਈਨੈਂਸ਼ੀਅਲ ਮਾਹਿਰ ਨੇ, ਉਹਨਾਂ ਨੂੰ ਇਹ ਦੇਖਣਾ ਹੁੰਦਾ ਹੈਗਾ ਕਿ ਅਸੀਂ ਕਿਹੜੀ ਚੀਜ਼ ਨੂੰ ਰੋਕੀਏ ਤਾਂ ਕਿ ਦੂਜੀ ਚੀਜ਼ ਵੀ ਨਾਲ ਰੁਕ ਜਾਵੇ। ਜਿੱਦਾਂ ਹੁਣ ਤੁਸੀਂ ਇਹ ਗੱਲ ਕਰ ਰਹੇ ਹੋ ਇਨਫਲੇਸ਼ਨ ਦੀ, ਹੁਣ ਤੁਸੀਂ ਕਾਸਟ ਦੀ ਗੱਲ ਕੀਤੀ ਹੈ। ਸੋ ਪਿਛਲੇ ਦਿਨਾਂ ਦੇ ਵਿੱਚ ਮੈਂ ਦੇਖ ਰਿਹਾ ਸੀਗਾ ਮੀਡੀਆ ਦੇ ਵਿੱਚ ਕਾਫੀ ਇਸ ਤਰ੍ਹਾਂ ਦੀਆਂ ਖਬਰਾਂ ਦੇਖਣ ਸੁਣਨ ਨੂੰ ਮਿਲ ਰਹੀਆਂ ਨੇ ਕਿ ਲੋਕਾਂ ਦੇ ਨਾਲ ਕਿਸੇ ਕੰਪਨੀ ਨਾਲ ਕੋਈ ਕੰਟਰੈਕਟ ਕੀਤਾ, ਜੇ ਖਾਸ ਕਰ ਆਪਾਂ ਕੰਸਟਰਕਸ਼ਨ ਦੀ ਗੱਲ ਕਰੀਏ ਤਾਂ ਵੀ ਜਿਹੜੇ ਕੰਸਟਰਕਟਰ ਜਿਹੜੇ ਆਪਣੇ ਕੰਟਰੈਕਟ ਵਾਲੇ ਸੀਗੇ, ਕੰਟਰੈਕਟਰ, ਉਹਨਾਂ ਨੇ ਜਿਹੜਾ ਕੰਮ ਸੀ ਉਹ ਮੁਕਾਇਆ ਨਹੀਂ। ਤੇ ਬਹੁਤ ਸਾਰੀਆਂ ਮੇਨ ਸਟਰੀਮ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ ਕੰਟਰੈਕਟਰ ਨੇ ਪੈਸੇ ਲੈ ਲਏ ਪਰ ਕੰਮ ਨਹੀਂ ਪੂਰਾ ਕੀਤਾ। ਤੇ ਉਹਨਾਂ ਦਾ ਤਰਕ ਇਹੀ ਹੈ ਵੀ ਜਿਹੜੀ ਕੰਸਟਰਕਸ਼ਨ ਕਾਸਟ ਹੈ ਉਹ ਕਾਫੀ ਵੱਧ ਗਈ ਹੈ
ਤੇ ਵੀ ਅਸੀਂ ਉਹ ਜਿਹੜੇ ਪਹਿਲਾਂ ਪੈਸੇ ਅਸੀਂ ਮਿੱਥੇ ਸੀ ਉਹਦੇ ਵਿੱਚ ਪੂਰਾ ਨਹੀਂ ਹੋ ਸਕਦਾ, ਸਾਨੂੰ ਹੋਰ ਪੈਸੇ ਚਾਹੀਦੇ ਨੇ। ਸੋ ਹੁਣ ਜਿਹੜੀ ਪਾਰਲੀਮੈਂਟ ਸੈਸ਼ਨ ਦੇ ਵਿੱਚ ਵੀ ਜਿਹੜਾ ਇਨਫਲੇਸ਼ਨ ਬੈਨੀਫਿਟ ਸਰਕਾਰ ਵੱਲੋਂ ਦਿੱਤੇ ਜਾ ਰਹੇ ਨੇ ਉਹ ਟੌਪ ਪ੍ਰਾਇੋਰਟੀ ਤੇ ਰੱਖਿਆ ਸਰਕਾਰ ਨੇ, ਜਿਵੇਂ ਕਿ ਰੈਂਟ ਸਬਸਿਡੀ ਦੇ ਰਹੇ ਨੇ ਤੇ GST ਦੇ ਵਿੱਚ ਜਿਹੜੀ ਸਬਸਿਡੀ ਦੇ ਰਹੇ ਨੇ, ਤੇ ਇੱਕ ਜਿਹੜਾ ਡੈਂਟਲ ਪਲਾਨ ਦੇ ਵਿੱਚ ਸਬਸਿਡੀ ਦਿੱਤੀ ਜਿਹੜਾ ਨਵਾਂ ਸ਼ੁਰੂ ਕੀਤਾ। ਸੋ ਤੁਸੀਂ ਕੀ ਦੇਖਦੇ ਹੋ ਵੀ ਜਿਹੜਾ ਸਰਕਾਰ ਵੱਲੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਇਹ ਸਟੈਪ ਲਏ ਜਾ ਰਹੇ ਨੇ ਇਨਫ ਨੇ ਜੋ ਅੱਜ ਦੇ ਹਾਲਾਤ ਨੇ? ਪਹਿਲੀ ਗੱਲ ਤਾਂ ਮੈਂ ਤੁਹਾਡੀ ਇਸ ਤੋਂ ਪਹਿਲਾਂ ਵਾਲੀ ਗੱਲ ਤੇ ਗੱਲ ਕਰਨੀ ਚਾਹੁੰਦਾ ਕਿ ਇੱਕ ਮੈਂ ਆਰਟੀਕਲ ਪੜ੍ਹਿਆ ਸੀ, ਆਟਵਾ ਦੇ ਵਿੱਚ ਸ਼ਾਇਦ ਇਹ ਗੱਲ ਹੋਈ ਸੀ ਕਿ ਇੱਕ ਲੇਡੀ ਨੇ ਆਪਣਾ ਇੱਕ ਘਰ ਬੁੱਕ ਕਰਾਇਆ ਸੀ ਤੇ ਉਹਦੇ ਵਿੱਚ ਜਦ ਉਹਨੇ ਕਲੋਜ਼ਿੰਗ ਕਾਸਟ ਬਾਅਦ ਵਿੱਚ ਆਈ ਸਾਰਾ ਕੁਝ, ਤਾਂ ਜਿਹੜਾ ਬਿਲਡਰ ਸੀ ਉਹਨੇ $79,000 ਉਹ ਤੋਂ $87,000 ਤੱਕ ਉਹਨਾਂ ਨੇ ਹੋਰ ਮੰਗਿਆ ਸੀ। ਤਾਂ ਜਦ ਉਹਨਾਂ ਨੇ ਉਹਦੇ ਕੇਸ ਕੀਤਾ ਤਾਂ ਉਹਨੇ ਕਿਹਾ ਸੀ ਕਿ ਵਿਦ ਡਿਊ ਕੋਰਸ ਆਫ ਟਾਈਮ ਅਰਾਊਂਡ ਪਿਛਲੇ 1.5 ਸਾਲ ਦੇ ਵਿੱਚ ਜੋ ਕਾਸਟ ਆਫ ਜਿਹੜੀ ਕੰਸਟਰਕਸ਼ਨ ਸੀ ਉਹ ਇੰਨੀ ਵੱਧ ਗਈ ਹੈ ਕਿ ਅਸੀਂ ਅਫੋਰਡ ਹੀ ਨਹੀਂ ਕਰ ਸਕਦੇ ਹੈਗੇ ਕਿ ਅਸੀਂ ਉਸ ਰੇਟ ਤੇ ਘਰ ਨੂੰ ਦੇਣਾ ਕਿ ਜਿਸ ਰੇਟ ਤੇ ਅਸੀਂ ਬੁੱਕ ਕੀਤੇ ਸੀ। ਸੋ ਲੇਕਿਨ ਉਹ ਦੋਨਾਂ ਦੀ ਗੱਲ ਪਾਸਿਆਂ ਦੀ ਗੱਲ ਸੁਣੀ ਗਈ ਤਾਂ ਫਿਰ ਡੈਫੀਨੇਟਲੀ ਜਿਹੜਾ ਕੰਜ਼ਿਊਮਰ ਹੈ ਉਹਦੇ ਵੱਲ ਇਹ ਗੱਲ ਚਾਹੁੰਦੀ ਹੈਗੀ ਹੈ ਕਿ ਉਹਨੇ ਤਾਂ ਆਪਣੇ ਵੱਲੋਂ ਬਿਲਕੁਲ ਸਹੀ ਤਰੀਕੇ ਨਾਲ ਕੀਤੀ ਸੀ, ਲੇਕਿਨ ਇੱਕ ਆਮ ਜਿਹੜਾ ਬਿਜ਼ਨਸਮੈਨ ਹੈ, ਆਮ ਜਿਹੜਾ ਫਿਨਿਸ਼ ਗੁੱਡ ਕਰਕੇ ਤੁਹਾਨੂੰ ਦੇ ਰਿਹਾ, ਉਹਦੀ ਵੀ ਗੱਲ ਇਹ ਸੁਣਨੀ ਚਾਹੀਦੀ ਹੈ ਕਿ ਜੇ ਕਾਸਟ ਆਫ ਪ੍ਰੋਡਕਸ਼ਨ ਇੰਨੀ ਵੱਧ ਗਈ ਹੈ ਤਾਂ ਉਹ ਵੀ ਕਿੰਨਾ ਅਫੋਰਡ ਕਰ ਸਕਦਾ ਹੈਗਾ ਤੁਹਾਨੂੰ ਸੇਮ ਪ੍ਰਾਈਸ ਵਿੱਚ ਉਹਦੀ ਦੇਣਾ ਹੈਗਾ। ਬਿਲਕੁਲ। ਹੁਣ ਦੂਜੀ ਗੱਲ ਤਾਂ ਜਿਹੜੀ ਤੁਸੀਂ ਗੱਲ ਹਰਕੀਰਤ ਜੀ, ਮੈਂ ਤੁਹਾਨੂੰ ਥੋੜਾ ਜਿਹਾ ਟੋਕਦਾ, ਆਪਣਾ ਇੱਕ ਬ੍ਰੇਕ ਦਾ ਸਮਾਂ ਹੋ ਗਿਆ, ਆਪਾਂ ਇੱਕ ਬ੍ਰੇਕ ਲੈ ਲਈ, ਉਸ ਤੋਂ ਬਾਅਦ ਇਸ ਤੋਂ ਅੱਗੇ ਆਪਾਂ ਜਾਰੀ ਰੱਖਾਂਗੇ। ਜੀ ਸਮਝ ਜੀ। ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ, ਉਸ ਤੋਂ ਬਾਅਦ ਫਿਰ ਚਰਚਾ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ। ਤੁਸੀਂ ਦੇਖਦੇ ਰਹੋ ਸਟਾਰ ਟਾਕ। ਤੁਸੀਂ ਦੇਖ ਰਹੇ ਹੋ ਸਟਾਰ ਟਾਕ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ। ਮੈਂ ਸਿਮਰਤ ਗਰੇਵਾਲ ਤੇ ਮੇਰੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਹਰਕੀਰਤ ਜੀ। ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਇਨਫਲੇਸ਼ਨ, ਮਹਿੰਗਾਈ ਦੀ, ਕਿ ਲਗਾਤਾਰ ਜਿਹੜੀ ਮਹਿੰਗਾਈ ਹੁਣ ਵਧੀ ਹੋਈ ਹੈ, ਭਾਵੇਂ ਕਿ ਪਿਛਲੇ ਜਿਹੜੀ ਹੁਣ ਅੰਕੜੇ ਆ ਰਹੇ ਨੇ ਥੋੜ੍ਹਾ ਜਿਹਾ ਫਰਕ ਪਿਆ ਮਹਿੰਗਾਈ ਨੂੰ, ਕਿਉਂਕਿ ਜਿਹੜਾ ਇੰਟਰਸਟ ਰੇਟ ਹੈ ਲਗਾਤਾਰ ਵੱਧਦਾ ਜਾ ਰਿਹਾ ਤੇ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਵੀ ਥੋੜ੍ਹੀ ਗਿਰਾਵਟ ਆਈ ਹੈ ਤੇ ਜਿਹੜਾ ਗੈਸ ਸਟੇਸ਼ਨਸ ਤੇ ਗੈਸ ਮਿਲ ਰਿਹਾ ਉਹਦੇ ਵਿੱਚ ਵੀ ਕਾਫੀ ਜਿਹੜੀ ਥੱਲੇ ਆਈਆਂ ਨੇ ਪ੍ਰਾਈਸਿਸ, ਪਰ ਸਟਿਲ ਜਿਹੜੀ ਹਾਲ ਦੀ ਘੜੀ ਜੋ 7% ਵੀ ਜੀ ਆਪਾਂ ਮੰਨੀਏ ਤਾਂ ਕਿਹਾ ਜਾ ਰਿਹਾ ਕਿ ਕਾਫੀ ਹਾਈ ਹੈ ਤੇ ਪਿਛਲੇ 10 ਸਾਲਾਂ ਦੇ ਵਿੱਚ ਇਸ ਨੂੰ ਕਿਹਾ ਜਾ ਰਿਹਾ ਕਿ ਕਾਫੀ ਵੱਡਾ ਜੰਪ ਜਿਹੜਾ ਆਇਆ ਮਹਿੰਗਾਈ ਦੇ ਵਿੱਚ। ਤੇ ਇਸੇ ਤੇ ਅੱਜ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਤੇ ਹਰਕੀਰਤ ਹੋਣੀ ਇਹਦੇ ਤੇ ਜਿਹੜਾ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰ ਰਹੇ ਨੇ। ਅੱਛਾ ਹਰਕੀਰਤ ਜੀ, ਬ੍ਰੇਕ ਤੋਂ ਬਾਅਦ ਆਪਾਂ ਜਿਹੜੀ ਗੱਲ ਕਰ ਰਹੇ ਸੀਗੇ, ਤੁਸੀਂ ਐਗਜ਼ਾਮਪਲ ਦਿੱਤੀ ਸੀ ਵੀ ਆਟਵਾ ਦੇ ਵਿੱਚ ਲੇਡੀ ਦੀ, ਤੇ ਵੀ ਸਰਕਾਰ ਵੀ ਆਪਣੇ ਵੱਲੋਂ ਕਾਫੀ ਇਹਨੂੰ ਜਿਹੜਾ ਘਟਾਉਣ ਲਈ ਕੋਸ਼ਿਸ਼ ਕਰ ਰਹੀ ਹੈ। ਸਮਝ ਜੀ, ਤੁਸੀਂ ਗੱਲ ਕਰ ਰਹੇ ਸੀ ਕਿ ਜੋ ਸਰਕਾਰ ਨੇ ਬੈਨੀਫਿਟਸ ਦੇ ਰਹੇ ਨੇ, ਸਾਰਾ ਕੁਝ ਕਰ ਰਹੇ ਨੇ, ਤੇ ਉਹ ਇੱਕ ਨੈਗੇਟਿਵ ਵੀ ਔਰ ਪੋਜ਼ਿਟਿਵ ਵੀ ਹੈ। ਠੀਕ ਹੈ, ਮੈਂ ਨੈਗੇਟਿਵ ਪੋਜ਼ਿਟਿਵ ਤਾਂ ਇਸ ਕਰਕੇ ਕਹਿ ਰਿਹਾ ਕਿ ਪੋਜ਼ਿਟਿਵ ਇਸ ਕਰਕੇ ਕਿ ਠੀਕ ਹੈ ਜੀ, ਜਦ ਅਨਇੰਪਲੋਇਮੈਂਟ ਵੱਧਦੀ ਹੈ ਜਾਂ ਮਤਲਬ ਕਿ ਸਪਲਾਈ ਚੇਨ ਜਿਹੜੀ ਡਿਸਟਰਪਟ ਹੋਈ ਸੀ ਜਾਂ ਡਿਮਾਂਡ ਵਧੀ ਸੀ, ਸਪਲਾਈ ਘਟੀ ਸੀ, ਤਾਂ ਲੋਕਾਂ ਦੀ ਜਿਹੜੀ ਪਰਚੇਜ਼ਿੰਗ ਪਾਵਰ ਸੀ ਉਹ ਘਟ ਗਈ ਸੀ। ਸੋ ਲੇਕਿਨ ਇਹਦੇ ਨਾਲ ਜਿਹੜਾ ਲਾਸਟ ਮੈਂ 1.5-2 ਸਾਲ ਤੋਂ ਆਪਾਂ ਚੀਜ਼ ਦੇਖ ਰਹੇ ਹਾਂ ਕਿ ਜਦ ਜਿਉਂ-ਜਿਉਂ ਲੋਕਾਂ ਨੂੰ ਬੈਨੀਫਿਟ ਮਿਲਦੇ ਨੇ, ਤਾਂ ਜਦੋਂ ਬੈਨੀਫਿਟ ਮਿਲਦੇ ਨੇ ਤਾਂ ਪੀਪਲ ਟੈਂਡ ਟੂ ਸਿਟ ਐਟ ਹੋਮ, ਉਹ ਦੁਬਾਰਾ ਕੰਮ ਤੇ ਜਾਣਾ ਨਹੀਂ ਚਾਹੁੰਦੇ ਹੈਗੇ ਨੇ। ਸੋ ਉਹਦੇ ਨਾਲ ਕੀ ਹੁੰਦਾ, ਬਹੁਤ ਸਾਰੀਆਂ ਇਹ ਚੀਜ਼ ਦੇਖੀ ਗਈ ਕਿ ਜਿਹੜੀ ਅਨਇੰਪਲੋਇਮੈਂਟ ਰੇਟ ਹੈ ਉਹ ਵੱਧ ਜਾਂਦਾ ਹੈਗਾ। ਸੋ ਜੇ ਅਨਇੰਪਲੋਇਮੈਂਟ ਰੇਟ ਵੱਧ ਜਾਂਦਾ ਤਾਂ ਉਹ ਵੀ ਇੱਕ ਬਹੁਤ ਵੱਡਾ ਕਾਰਨ ਹੁੰਦਾ ਹੈਗਾ ਕਿ ਇਨਫਲੇਸ਼ਨ ਦਾ, ਬਿਕੋਜ਼ ਲੋਕਾਂ ਦੀ ਪਰਚੇਜ਼ਿੰਗ ਪਾਵਰ ਘਟ ਜਾਂਦੀ ਹੈਗੀ ਹੈ ਔਰ ਉਹ ਕੋਈ ਚੀਜ਼ ਲੈ ਨਹੀਂ ਸਕਦੇ ਹੈਗੇ ਨੇ। ਤਾਂ ਗਵਰਨਮੈਂਟ ਇਹਦੇ ਜੇ ਆਪਾਂ ਥੋੜ੍ਹਾ ਜਿਹਾ ਬਹੁਤ ਪਿੱਛੇ ਜਾ ਕੇ ਗੱਲ ਕਰੀਏ ਵੀ ਕੋਈ ਵੀ ਇੱਦਾਂ ਦੀ ਗੱਲ ਹੁੰਦੀ ਹੈਗੀ ਹੈ ਕਿ ਇਹਦੇ ਕਾਰਨ ਕਿਵੇਂ ਹੁੰਦੇ ਨੇ ਇਨਫਲੇਟ, ਕਈ ਵਾਰ ਗਵਰਨਮੈਂਟ ਇਸ ਸਿਚੁਏਸ਼ਨ 'ਚ ਹੁੰਦੀ ਹੈ ਕਿ ਉਹ ਇਹਨੂੰ ਰੋਕ ਨਹੀਂ ਸਕਦੀ ਹੈਗੀ ਹੈ। ਫਸਟ ਵਰਲਡ ਵਾਰ ਤੋਂ ਬਾਅਦ ਜਾਂ ਜਰਮਨੀ ਜਾਂ ਵਰਲਡ ਵਾਰ ਤੋਂ ਕੋਈ ਜਿੱਤੇ ਕਈ ਹਾਰੇ, ਤਾਂ ਬਹੁਤ ਸਾਰੇ ਕੰਟਰੀਜ਼ ਨੂੰ ਜਰਮਨੀ ਨੇ ਕੰਪਨਸੇਟ ਕਰਨਾ ਸੀ। ਤਾਂ ਵਾਟ ਦੇ ਡਿਡ ਇਜ਼ ਦੇ ਸਟਾਰਟ ਪ੍ਰਿੰਟਿੰਗ ਮਨੀ, ਪੇਪਰ ਮਨੀ ਨੂੰ ਜ਼ਿਆਦਾ ਪ੍ਰਿੰਟ ਕਰਨ ਲੱਗ ਗਏ। ਜਦ ਪੇਪਰ ਮਨੀ ਨੂੰ ਜ਼ਿਆਦਾ ਪ੍ਰਿੰਟ ਕਰਦੇ ਨੇ, ਜੋ ਪੇਪਰ ਮਨੀ ਜ਼ਿਆਦਾ ਆ ਜਾਂਦੀ ਹੈਗੀ ਹੈ ਤਾਂ ਡਿਵੈਲੂਏਸ਼ਨ ਆਫ ਦਾ ਮਨੀ ਸ਼ੁਰੂ ਹੋ ਜਾਂਦੀ ਹੈ, ਡਿਵੈਲੂਏਸ਼ਨ ਦਾ ਕਰੰਸੀ ਸ਼ੁਰੂ ਹੋ ਜਾਂਦੀ ਹੈਗੀ ਹੈ। ਤਾਂ ਲੋਕ ਇਹ ਸੋਚਦੇ ਨੇ ਕਿ ਅਸੀਂ ਵੱਧ ਤੋਂ ਵੱਧ ਪੈਸਾ ਖਰਚ ਲਈਏ ਹੁਣ, ਔਰ ਉਸ ਜਿਸ ਚੀਜ਼ ਦੇ ਅਸੀਂ $2 ਪੇ ਕਰ ਰਹੇ ਸੀ ਉਹਦੀ ਜਿਹੜੀ ਵੈਲਿਊ ਹੈ $2, $4, $3 ਉਹ ਤੋਂ ਵੱਧ ਹੀ ਰਹਿੰਦੀ ਹੈਗੀ ਹੈ। ਸੋ ਤੁਸੀਂ ਇਹ ਦੇਖਿਆ ਜਾਵੇ ਕਿਉਂਕਿ ਵਰਲਡ ਦੇ ਵਿੱਚ ਜਿਹੜਾ US ਡਾਲਰ ਕਿਉਂ ਸਟੈਂਡ ਕਰਦਾ ਹੈਗਾ, ਕਿਉਂਕਿ ਜਿਹੜਾ ਫੈਡਰਲ ਗਵਰਨਮੈਂਟ ਹੈ ਉਹ ਕਦੇ ਵੀ ਜਿਹੜੀ ਮਨੀ ਪ੍ਰਿੰਟਿੰਗ ਹੈ ਉਹ ਤੇ ਬਹੁਤ ਜ਼ਿਆਦਾ ਸੋਚ ਸਮਝ ਕੇ ਔਰ ਕਦੇ ਵੀ ਇੰਨੀ ਪ੍ਰਿੰਟ ਨਹੀਂ ਕਰਦੇ ਹੈਗੇ, ਤਾਂ ਹੀ ਉਹਦੀ ਜਿਹੜੀ ਵੈਲਿਊ ਹਮੇਸ਼ਾ ਉਹ
ਸਟੇਬਲ ਰਹਿੰਦੀ ਹੈਗੀ ਹੈ। ਅਦਰਵਾਈਜ਼ ਤਾਂ ਬੜਾ ਆਸਾਨ ਹੋ ਜਾਏਗਾ ਨਾ ਵੀ ਜੇ ਤੁਹਾਡੇ ਕੋਲ ਪੈਸਾ ਘੱਟ ਹੈ ਤੁਸੀਂ ਮਨੀ ਪ੍ਰਿੰਟ ਕਰ ਦਿਓ ਤੇ ਬਹੁਤ ਜ਼ਿਆਦਾ। ਹਰਕੀਰਤ ਜੀ ਇੱਕ ਗੱਲ ਇਹ ਵੀ ਆ, ਜਦੋਂ ਪਿਛਲਾ ਰੈਸੈਸ਼ਨ ਆਇਆ ਸੀਗਾ ਉਦੋਂ ਅਮਰੀਕਾ ਦੇ ਉੱਪਰ ਕਾਫੀ ਇਹ ਚਰਚਾ ਹੋ ਰਹੀ ਸੀ ਕਿ ਅਮਰੀਕਾ ਨੇ ਲੋੜ ਤੋਂ ਵੱਧ ਜਿਹੜੇ ਮਨੀ ਪ੍ਰਿੰਟ ਕੀਤੀ ਹੈ ਕਿਉਂਕਿ ਲੋਕਾਂ ਨੂੰ ਸਟਿਮੂਲਸ ਦੇਣਾ ਸੀ। ਸੋ ਕਾਫੀ ਜਿਹੜੇ ਪੈਸੇ ਦੀ ਉਦੋਂ ਜਿਹੜੀ ਪ੍ਰਿੰਟਿੰਗ ਕੀਤੀ ਸੀ, ਪਰ ਆਮ ਤੌਰ ਤੇ ਇਸ ਤਰ੍ਹਾਂ ਕਦੀ ਕਰਦਾ ਨਹੀਂ ਅਮਰੀਕਾ। ਬਿਲਕੁਲ ਜੀ। ਔਰ ਡਿਵੈਲੂਏਸ਼ਨ ਜੇ ਕਰੰਸੀ ਹੁੰਦੀ ਆ ਤਾਂ ਉਹਦੇ ਨੁਕਸਾਨ ਵੀ ਉਹਦੇ ਵੀ ਅੱਗੇ ਨੁਕਸਾਨ ਹੁੰਦੇ ਨੇ ਤੇ ਫਾਇਦੇ ਹੁੰਦੇ ਹੈਗੇ ਨੇ। ਹੁਣ ਜੇ ਕਿਸੇ ਚੀਜ਼ ਦੀ ਪ੍ਰਾਈਸ ਦੀ ਘੱਟ ਕਰੰਸੀ ਦੀ ਵੈਲਿਊ ਘੱਟ ਹੋਏਗੀ ਤਾਂ ਜਿਹੜਾ ਐਕਸਪੋਰਟਰ ਔਰ ਇੰਪੋਰਟਰ ਤੇ ਜਿਹੜਾ ਮੇਨ ਫਰਕ ਪੈਂਦਾ, ਜਿਹੜੀ ਚੀਜ਼ ਆਪਾਂ ਇੰਪੋਰਟ ਕਰਨੀ ਹੋਏਗੀ ਉਹ ਸਾਨੂੰ ਮਹਿੰਗੀ ਪਏਗੀ ਬਿਕੋਜ਼ ਸਾਡੀ ਵੈਲਿਊ ਜਿਹੜੀ ਘੱਟੇ ਕਰੰਸੀ ਦੀ ਘੱਟ ਹੋਏਗੀ। ਪਰ ਜੇ ਕੋਈ ਚੀਜ਼ ਅਸੀਂ ਐਕਸਪੋਰਟ ਕਰਨੀ ਹੋਏਗੀ ਉਹਦਾ ਉਲਟਾ ਅਸਰ ਪਏਗਾ, ਦੋਨੇ ਚੀਜ਼ਾਂ ਦਾ ਵਾਈਸ ਵਰਸਾ ਇਫੈਕਟ ਹੁੰਦਾ ਹੈਗਾ। ਮੈਂ ਜਰਮਨੀ ਦੀ ਜਿਹਦਾ ਗੱਲ ਕਰ ਰਿਹਾ ਸੀ ਕਿ 1920s ਦੇ ਵਿੱਚ ਜਦ ਇਹ ਸਾਰੀ ਗੱਲ ਹੋਈ ਤਾਂ ਉਹਨਾਂ ਨੇ ਇੰਨਾ ਮਨੀ ਪ੍ਰਿੰਟ ਕਰ ਦਿੱਤਾ ਕਿ ਉਹਦੀ ਇੰਨੀ ਡਿਵੈਲੂਏਸ਼ਨ ਹੋ ਗਈ ਕਿ ਪੀਪਲ ਯੂਜ਼ ਟੂ ਜਸਟ ਪ੍ਰਿੰਟ ਦ ਬਿਲਸ ਔਨ ਅ ਵਾਲ, ਕਿ ਉਹ ਵਾਲਪੇਪਰ ਬਣਾ ਲੈਂਦੇ ਸੀ ਉਹਦੇ, ਕਿ ਉਹਦੀ ਵੈਲਿਊ ਇੰਨੀ ਖਤਮ ਹੋ ਗਈ ਸੀ। ਸੋ ਇਸ ਤਰ੍ਹਾਂ ਹੀ ਇਹ ਜਿਵੇਂ ਇਹ ਹੋਰ ਜਿਵੇਂ ਪੇਰੂ ਦੇ ਵਿੱਚ ਇਹ 1990s ਦੇ ਵਿੱਚ ਉਹਨੇ ਵੀ ਬਹੁਤ ਜ਼ਿਆਦਾ ਮਨੀ ਪ੍ਰਿੰਟ ਕਰ ਦਿੱਤੀ ਸੀ, ਉਹਦੀ ਕਰੰਸੀ ਇੰਨੀ ਜ਼ਿਆਦਾ ਡਿਵੈਲੂਏਟ ਹੋ ਗਈ ਸੀ। ਈਵਨ ਜ਼ਿੰਬਾਬਵੇ ਦੇ ਵਿੱਚ ਇਹ ਵੀ ਇਹ ਗੱਲ ਹੋਈ ਸੀ ਕਿ ਉਹਨਾਂ ਨੇ ਵੀ ਆਪਣੀ ਮਨੀ ਨਹੀਂ ਤਾਂ ਪ੍ਰਿੰਟ ਕਰਤੀ ਸੀ ਕਿ ਉਹਦੀ ਕਰੰਸੀ ਡਿਵੈਲੂਏਟ ਹੋ ਗਈ ਸੀ। ਬਿਲਕੁਲ। ਸੋ ਇਹ ਚੀਜ਼ ਸਰਕਾਰ ਨੂੰ ਵੀ ਦੇਖਣਾ ਚਾਹੀਦਾ ਹੈਗਾ ਕਿ ਅਸੀਂ ਆਪਣੀ ਜਿਹੜੀ ਕਰੰਸੀ ਦੀ ਜਿਹੜੀ ਵੈਲਿਊ ਹੈ ਉਹ ਡਿਵੈਲੂਏਟ ਨਾ ਹੋਣ ਦਈਏ। ਅਸੀਂ ਡਿਮਾਂਡ ਔਰ ਸਪਲਾਈ ਦੀ ਜਿਹੜੀ ਰੇਸ਼ੀਓ ਆ ਉਹਨੂੰ ਅਸੀਂ ਮੇਨਟੇਨ ਰੱਖੀਏ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ। ਔਰ ਦੂਸਰੀ ਗੱਲ ਹੈ ਵੀ ਜੇ ਸਿਰਫ ਅਸੀਂ ਬੈਨੀਫਿਟ ਦੇ ਕੇ ਜਾਂ ਫ੍ਰੀ ਪੈਸੇ ਦੇ ਕੇ ਲੋਕਾਂ ਨੂੰ ਅਸੀਂ ਉਹ ਚੀਜ਼ ਨਾ ਕਰੀਏ ਕਿ ਜਿਹੜੇ ਸਾਡਾ ਅਨਇੰਪਲੋਇਮੈਂਟ ਰੇਟ ਉਹ ਵੱਧ ਜਾਵੇ। ਬਿਲਕੁਲ। ਮੈਂ ਇਸ ਤਰ੍ਹਾਂ ਦਾ ਇੱਕ ਆਰਟੀਕਲ ਇੰਡੀਆ ਦੇ ਬਾਰੇ ਵੀ ਪੜ੍ਹ ਰਿਹਾ ਸੀ ਕਿ ਉੱਥੇ ਇੱਕ ਅੱਜ ਕੱਲ੍ਹ ਨਵੀਂ ਤਰ੍ਹਾਂ ਦੀ ਪੋਲਿਟਿਕਸ ਜਿਹੜੀ ਲੋਕ ਕਰਨ ਦੀ ਕੋਸ਼ਿਸ਼ ਕਰਦੇ ਨੇ, ਜਿਹੜੀ ਨਵੀਆਂ ਪੋਲੀਟੀਕਲ ਜਿਹੜੀ ਪਾਰਟੀਆਂ ਹੁੰਦੀਆਂ ਨੇ ਕਿ ਫ੍ਰੀ ਦੇਣਾ। ਹਾਂ ਬਿਲਕੁਲ, ਕਿ ਫ੍ਰੀ ਦੇਣਾ, ਫ੍ਰੀ ਇਲੈਕਟ੍ਰਿਸਿਟੀ। ਇਹ ਮਸਲਾ ਤਾਂ ਕਾਫੀ ਚਰਚਾ ਦੇ ਵਿੱਚ ਰਿਹਾ ਹੈ ਹਰਕੀਰਤ ਜੀ। ਈਵਨ ਜਿਹੜਾ ਸੁਪਰੀਮ ਕੋਰਟ ਨੇ ਇਹਦੇ ਵਿੱਚ ਦਖਲਅੰਦਾਜ਼ੀ ਦਿੱਤੀ ਸੀ, ਖਾਸ ਕਰਕੇ ਜਦੋਂ ਪੰਜਾਬ ਦੇ ਵਿੱਚ ਵੀ ਇਲੈਕਸ਼ਨਸ ਹੋਈਆਂ ਨੇ ਤੇ ਦਿੱਲੀ 'ਚ ਤੇ ਹੋਰ ਗੁਜਰਾਤ ਤੇ ਹੁਣ ਹਿਮਾਚਲ 'ਚ ਵੀ ਹੋਣੀਆਂ ਨੇ, ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਜਿਹੜੇ ਅਰਵਿੰਦ ਕੇਜਰੀਵਾਲ ਉਹਨਾਂ ਵੱਲੋਂ ਕਾਫੀ ਜਿਹੜੀਆਂ ਇਸ ਤਰ੍ਹਾਂ ਦੀਆਂ ਮੁਫਤ ਜਿਹੜੀਆਂ ਚੀਜ਼ਾਂ ਕਹੀਆਂ ਗਈਆਂ ਸੀ। ਸੋ ਸੁਪਰੀਮ ਕੋਰਟ ਨੇ ਵੀ ਇਸ ਤੇ ਕਾਫੀ ਚਰਚਾ ਜਿਹੜੀ ਕੀਤੀ। ਬਿਲਕੁਲ, ਉਹਦੇ ਬਾਰੇ ਵੀ ਮੈਂ ਇੱਕ ਜਿਹੜੀ ਗੱਲ ਕਰਨੀ ਜ਼ਰੂਰ ਚਾਹਾਂਗਾ ਕਿ ਅੱਜ ਤੋਂ 10 ਸਾਲ ਪਹਿਲਾਂ, ਮੈਂ ਇਹ ਗੱਲ ਨਹੀਂ ਕਰ ਰਿਹਾ ਹੈਗਾ ਕਿ 20 30 40 ਸਾਲ ਪਹਿਲਾਂ, 10 ਸਾਲ ਪਹਿਲਾਂ ਜਿਹੜੀ ਕਿ ਐਸੈਂਸ਼ੀਅਲ ਗੁੱਡਸ ਦੀ ਬਾਸਕਟ ਹੋਇਆ ਕਰਦੀ ਸੀ, ਜੇ ਆਪਾਂ ਨੂੰ $50 50 ਰੁਪਏ ਪੇ ਕਰਦੇ ਸੀ, ਅੱਜ ਸੇਮ ਚੀਜ਼ ਜੇ ਤੁਸੀਂ ਘੱਟੋ ਘੱਟ 500 ਤੋਂ 600 ਰੁਪਏ ਪੇ ਕਰ ਰਹੇ ਆ। ਸੋ ਇਹਦੇ ਨਾਲ ਦੋਨੇ ਚੀਜ਼ਾਂ ਹੋਈਆਂ ਨੇ, ਡਿਵੈਲੂਏਸ਼ਨ ਆਫ ਮਨੀ ਵੀ ਹੋਈ ਹੈ ਔਰ ਪ੍ਰਾਈਸ ਇਨਫਲੇਟ ਵੀ ਹੋਏ ਨੇ। ਸੋ ਦੋਨੇ ਚੀਜ਼ਾਂ ਇਹ ਚੀਜ਼ ਦੇਖ ਕੇ ਆਪਾਂ ਗੱਲ ਕਰ ਰਹੇ ਹੈਗੇ ਆ। ਸੋ ਤਾਂ ਹੀ ਉਹਦੇ ਨਾਲ ਕੀ ਹੁੰਦਾ ਕਿ ਤੁਸੀਂ ਸਰਕਾਰ ਨੂੰ ਇਹ ਚੀਜ਼ ਚਾਹੀਦੀ ਹੁੰਦੀ ਹੈ, ਜੋ ਮੈਂ ਮਾਹਿਰਾਂ ਦੀ ਰਾਏ ਮੈਂ ਦੇਖੀ ਹੈਗੀ ਆ ਔਰ ਉਹਨਾਂ ਦੇ ਆਰਟੀਕਲਸ ਦੇਖੇ ਨੇ, ਕਿ ਤੁਸੀਂ ਅਨਇੰਪਲੋਇਮੈਂਟ ਨੂੰ ਵੀ ਰੋਕ ਕੇ ਰੱਖਣਾ ਹੈਗਾ, ਲੋਕਾਂ ਨੂੰ ਫ੍ਰੀ ਚੀਜ਼ ਵੀ ਨਹੀਂ ਦੇਣੀ ਹੈਗੀ ਹੈ, ਔਰ ਡਿਮਾਂਡ ਐਂਡ ਸਪਲਾਈ ਨੂੰ ਵੀ ਰੇਸ਼ੀਓ ਨੂੰ ਜਿਹੜੀ ਮੇਨਟੇਨ ਕਰਕੇ ਰੱਖਣਾ ਪਏਗਾ। ਆਪਾਂ ਇੱਕ ਚੀਜ਼ ਨੂੰ ਫੜ ਕੇ ਦੂਜੀ ਨੂੰ ਨਹੀਂ ਛੱਡ ਸਕਦੇ ਹੈਗੇ। ਵੀ ਹੈਵ ਟੂ ਟੇਕ ਬੋਥ ਦ ਥਿੰਗਸ ਟੁਗੇਦਰ, ਦੋਨੇ ਕੋਨੇ ਫੜ ਕੇ ਹੀ ਅਸੀਂ ਅੱਗੇ ਲੈ ਕੇ ਜਾਣਾ ਹੈਗਾ ਇਸ ਚੀਜ਼ ਨੂੰ। ਬਿਲਕੁਲ ਜੀ, ਬਿਲਕੁਲ। ਅੱਛਾ ਹਰਕੀਰਤ ਜੀ, ਤੁਸੀਂ ਵੀ ਸ਼ਾਇਦ ਇਹ ਚੀਜ਼ ਦੇਖੀ ਹੋਣੀ ਆ ਰੀਸੈਂਟਲੀ, ਇਹ ਵੀ ਖਬਰ ਚਰਚਾ ਦੇ ਵਿੱਚ ਹੈ, ਦੇਖਣ ਨੂੰ ਕਾਫੀ ਮਿਲ ਰਹੀ ਹੈ ਕਿ ਜਿਹੜੇ ਆਰਥਿਕ ਮਾਹਰ ਨੇ, ਜੇ ਦੇਖੀਏ ਤਾਂ ਵੱਖ-ਵੱਖ ਜਿਹੜੀਆਂ ਵੱਡੀਆਂ ਬੈਂਕਾਂ ਨੇ ਕੈਨੇਡਾ ਦੀਆਂ, ਉਹਨਾਂ ਦੇ ਜਿਹੜੇ ਆਰਥਿਕ ਮਾਹਰ ਨੇ ਉਹ ਇਹ ਕਹਿ ਰਹੇ ਨੇ ਵੀ ਜਿਸ ਹਿਸਾਬ ਦੇ ਨਾਲ ਇਨਫਲੇਸ਼ਨ ਵਧੀ ਹੋਈ ਹੈ, ਇੰਟਰਸਟ ਰੇਟ ਵਧੇ ਨੇ, ਪਰ ਫਿਰ ਵੀ ਇਨਫਲੇਸ਼ਨ ਨੂੰ ਇੰਨਾ ਫਰਕ ਨਹੀਂ ਪਿਆ, ਤੇ ਰਿਸੈਸ਼ਨ ਦੀ ਲੋੜ ਹੈ ਜਿਹਦੇ ਕਰਕੇ ਵੀ ਇਨਫਲੇਸ਼ਨ ਨੂੰ ਜਿਹੜਾ ਦਬਾਇਆ ਜਾ ਸਕਦਾ। ਤੁਸੀਂ ਵੀ ਕੀ ਸਮਝਦੇ ਹੋ ਵੀ ਕੀ ਇਸ ਤਰ੍ਹਾਂ ਦੀ ਲੋੜ ਹੈ? ਕਿਉਂਕਿ ਮੋਸਟਲੀ ਜਦੋਂ ਰਿਸੈਸ਼ਨ ਦੀ ਗੱਲ ਆਉਂਦੀ ਹੈ ਤਾਂ ਲੋਕਾਂ ਦੇ ਵਿੱਚ ਵੀ ਇੱਕ ਤਰ੍ਹਾਂ ਦਾ ਪੈਨਿਕ ਆ ਜਾਂਦਾ ਵੀ ਜੇ ਹੁਣ ਰਿਸੈਸ਼ਨ ਆ ਗਿਆ ਤਾਂ ਬੜੀ ਹਾਲਤ ਖਰਾਬ ਹੋ ਜਾਣੀ ਹੈ। ਦੇਖੋ, ਜਦ ਇਹ ਇੱਕ ਸਾਈਕਲ ਹੈ, ਇਹ ਅਪਸ ਐਂਡ ਲੋਜ਼, ਹਾਈਜ਼ ਐਂਡ ਲੋਜ਼ ਦਾ ਇੱਕ ਗ੍ਰਾਫ ਹੁੰਦਾ ਹੈਗਾ। ਹਾਂਜੀ। ਹਰ ਕੁਝ ਸਾਲਾਂ ਬਾਅਦ ਜਦ ਇਨਫਲੇਟ ਹੋ ਜਾਂਦੀਆਂ ਨੇ ਚੀਜ਼ਾਂ ਤਾਂ ਕਰੈਕਸ਼ਨ ਦੀ ਲੋੜ ਹੁੰਦੀ ਹੈਗੀ ਹੈ। ਸੋ ਇਹ ਬਿਲਕੁਲ ਸਹੀ ਹੈ ਕਿ ਗਵਰਨਮੈਂਟਸ ਜਿਹੜੇ ਫਾਈਨੈਂਸ਼ੀਅਲ ਮਾਹਿਰ ਨੇ ਉਹੀ ਇਸ ਕਰੈਕਸ਼ਨ ਨੂੰ ਇੰਡਿਊਸ ਕਰਦੇ ਨੇ। ਠੀਕ ਹੈ। ਲੇਕਿਨ ਅੱਜ ਕੁਝ ਜਿਹੜੇ ਬਹੁਤ ਵੱਡੇ US ਦੇ ਖਾਸ ਕਰਕੇ ਜਿਹੜੇ ਮਾਹਿਰ ਹੈ ਨੇ, ਐਕਸਪਰਟਸ ਨੇ, ਫਾਈਨੈਂਸ਼ੀਅਲ ਐਕਸਪਰਟਸ ਹੈ ਨੇ, ਉਹ ਇਹ ਦੇਖ ਰਹੇ ਨੇ ਕਿ ਅਸੀਂ ਜਿਹੜੀ ਇੰਡਿਊਸ ਕਰੀਏ ਕਰੈਕਸ਼ਨ ਨੂੰ ਤਾਂ ਉਹ ਡਿਪਰੈਸ਼ਨ 'ਚ ਨਾ ਜਾਵੇ, ਰਿਸੈਸ਼ਨ 'ਚ ਭਾਵੇਂ ਜਾਵੇ। ਕਿਉਂਕਿ ਜਦ ਆਪਾਂ ਰਿਸੈਸ਼ਨ ਦੀ ਗੱਲ ਕਰਦੇ ਹਾਂ, ਰਿਸੈਸ਼ਨ ਕੁਝ ਟਾਈਮਲੀ ਹੁੰਦਾ ਹੈਗਾ। ਆਪਾਂ ਇਹ ਗੱਲ ਕਰੀਏ ਕਿ ਜਿਵੇਂ 2 ਸਾਲ, 1.5 ਸਾਲ,
3 ਸਾਲ ਮੈਕਸਿਮਮ ਜਦ ਆਪਾਂ ਗੱਲ ਕਰੀਏ। ਅਦਰਵਾਈਜ਼ ਉਹ ਸਾਲ ਤੋਂ ਬਾਅਦ ਜਦ ਵੀ 2 ਸੈਸ਼ਨ ਜਿਹੜੇ ਹੁੰਦੇ ਨੇ ਤੈਨੂੰ ਰਿਕਵਰੀ ਸ਼ੁਰੂ ਹੋ ਜਾਂਦੀ ਹੈ, ਪ੍ਰਾਈਜ਼ਸ ਵੀ ਕਰੈਕਟ ਹੋ ਜਾਂਦੇ ਨੇ ਔਰ ਬਾਕੀ ਚੀਜ਼ ਵੀ ਸੇਮ ਉਸੇ ਪਹਿਲਾਂ ਤੇ ਵਾਲੀ ਸਪੀਡ ਤੇ ਆ ਜਾਂਦੀ ਹੈਗੀ ਹੈ। ਲੇਕਿਨ ਜਿਹੜਾ ਡਿਪਰੈਸ਼ਨ ਹੁੰਦਾ ਦੈਟ ਇਜ਼ ਫॉर ਅ ਪ੍ਰੋਲੋਂਗਡ ਰਿਸੈਸ਼ਨ ਨੂੰ ਡਿਪਰੈਸ਼ਨ ਕਹਿੰਦੇ ਨੇ। ਉਹਦੇ ਵਾਸਤੇ ਨਾ ਆਪਾਂ ਜਾਈਏ ਬਿਕੋਜ਼ ਦੈਟ ਇਜ਼ ਫੇਟਲ। ਉਹ ਸਾਡੀ ਇਕਨੋਮੀ ਵਾਸਤੇ, ਉਹ ਹਿਊਮੈਨਿਟੀ ਵਾਸਤੇ, ਉਹ ਹਰ ਚੀਜ਼ ਵਾਸਤੇ ਜਿਹੜਾ ਹੈ ਕਿ ਬਹੁਤ ਵਧੀਆ ਗੱਲ ਕਿ ਬਿਲਕੁਲ ਮਤਲਬ ਸਹੀ ਮਾੜੀ ਚੀਜ਼ ਹੁੰਦੀ ਹੈ। ਸੋ ਇਸ ਕਰਕੇ ਅੱਜ ਦੇ ਜਿਹੜੇ ਮਾਹਿਰ ਨੇ ਉਹ ਇਹ ਦੇਖ ਰਹੇ ਨੇ ਕਿ ਅਸੀਂ ਕਰੈਕਸ਼ਨ ਜ਼ਰੂਰ ਕਰੀਏ ਔਰ ਇਹ ਮਾਈਲਡ ਲੈਂਡ ਕਰੇ ਜਿਹੜੀ ਇਕਨੋਮੀ ਹੈ, ਔਰ ਤਾਂ ਕਿ ਫਿਰ ਉਹਨੂੰ ਟੇਕ ਆਫ ਕਰਨ ਨੂੰ ਬੜਾ ਆਸਾਨ ਨਹੀਂ ਹੋ ਜਾਵੇ। ਇਹ ਨਾ ਹੋਵੇ ਵੀ ਕ੍ਰੈਸ਼ ਨਾ ਹੋ ਜਾਵੇ, ਕ੍ਰੈਸ਼ ਨਾ ਹੋ ਜਾਵੇ। ਸੋ ਇਹ ਚੀਜ਼ ਨੂੰ ਦੇਖਿਆ ਜਾਣਾ ਚਾਹੀਦਾ ਹੈਗਾ। ਲੇਕਿਨ ਉਹੀ ਗੱਲ ਹੈ ਕਿ ਦੇਖੋ ਹੁਣ ਇਹ ਜਿਹੜੀ ਵੀ ਚੀਜ਼ ਆਪਾਂ ਗੱਲ ਕਰਦੇ ਹੈਗੇ ਆ ਕਿ ਠੀਕ ਹੈ ਇਹ ਪ੍ਰਾਈਸ ਇੰਡੈਕਸ ਹੁੰਦੇ ਨੇ। ਇੱਕ ਤਾਂ ਹੁੰਦਾ CPI, ਇੱਕ ਹੁੰਦਾ WPI, ਇੱਕ ਹੁੰਦਾ ਕੰਜ਼ਿਊਮਰ ਪ੍ਰਾਈਸ ਇੰਡੈਕਸਿੰਗ, ਇੱਕ ਹੁੰਦੀ ਹੈ ਹੋਲਸੇਲ ਪ੍ਰਾਈਸ ਇੰਡੈਕਸਿੰਗ। ਹਾਂਜੀ। ਹੁਣ ਕੰਜ਼ਿਊਮਰ ਪ੍ਰਾਈਸ ਇੰਡੈਕਸਿੰਗ ਜਦ ਆਪਾਂ ਗੱਲ ਕਰਦੇ ਹੈਗੇ ਤਾਂ ਉਹਦੇ 'ਚ ਉਹ ਦੇਖੇ ਜਾਂਦੇ ਨੇ ਵੀ ਕੰਜ਼ਿਊਮਰ ਜਿਹੜਾ ਹੈ ਉਹ ਪ੍ਰਾਈਸ ਕਿਸ ਪ੍ਰਾਈਸ ਤੇ ਲੈ ਰਿਹਾ ਹੈਗਾ, ਫਿਰ ਉਹ ਜਿਹੜਾ ਹੋਲਸੇਲਰ ਉਹ ਕਿਸ ਪ੍ਰਾਈਸ ਤੇ ਵੇਚ ਰਿਹਾ ਹੈਗਾ, ਉਹਦੇ 'ਚ ਆਪਸ 'ਚ ਕਿੰਨਾ ਡਿਫਰੈਂਸ ਹੈਗਾ। ਦੈਟ ਇਜ਼ ਅ ਮੇਜਰ ਥਿੰਗ। ਠੀਕ ਹੈ। ਔਰ ਇਹਦੇ ਵਿੱਚ ਵੀ ਜਿਹੜੀਆਂ ਟੈਂਜੀਬਲ ਪ੍ਰਾਪਰਟੀਆਂ ਹੁੰਦੀਆਂ ਨੇ, ਟੈਂਜੀਬਲ ਚੀਜ਼ਾਂ ਹੁੰਦੀਆਂ ਨੇ, ਜਿਵੇਂ ਪ੍ਰਾਈਸ ਦਾ ਅਸਰ ਹੀ ਉਹ ਚੀਜ਼ਾਂ ਤੇ ਹੁੰਦਾ ਹੈਗਾ, ਜਿਵੇਂ ਕਿ ਘਰ ਪ੍ਰਾਪਰਟੀ, ਜਿਹੜੀ ਸਟਾਕ ਪਾਈਲਡ ਜਿਹੜੀਆਂ ਗੁੱਡਸ ਹੁੰਦੇ ਨੇ ਉਹ, ਬਿਲਕੁਲ, ਪਲੱਸ ਗੈਸ ਜਿਹੜੀ ਚੀਜ਼ ਨੂੰ ਆਪਾਂ ਟੱਚ ਕਰ ਸਕਦੇ ਹੈਗੇ, ਉੱਥੇ ਹੀ ਮੇਨ ਪ੍ਰਾਈਸ ਦਾ ਫਰਕ ਪੈਂਦਾ ਹੈਗਾ। ਜਿਹੜੀਆਂ ਇੰਟੈਂਜੀਬਲ ਨੇ ਉਹਨਾਂ ਦਾ ਪ੍ਰਾਈਸ ਦਾ ਫਰਕ ਇੰਨੇ, ਸਟਾਕਸ ਉੱਪਰ ਜਾ ਰਹੇ ਨੇ, ਨੀਚੇ ਜਾ ਰਹੇ ਨੇ, ਹਰ ਚੀਜ਼ਾਂ ਹਵਾ 'ਚ ਨੇ, ਉਹ ਚੀਜ਼ ਦਾ ਫਰਕ ਹੀ ਨਹੀਂ ਪੈਂਦਾ ਹੈਗਾ। ਸੋ ਮਾਹਿਰਾਂ ਨੂੰ ਇਹ ਸਭ ਚੀਜ਼ ਨੂੰ ਨਾਲ ਲੈ ਕੇ ਚੱਲ ਕੇ ਫਿਰ ਹੀ ਜਿਹੜੀ ਅੱਜ ਮੈਂ ਜੇ ਸੋਚਦਾ ਹੈਗਾ ਕਿ ਕੈਨੇਡਾ ਨੂੰ ਵੀ, ਕਿਉਂਕਿ US ਦੇ ਵਿੱਚ ਬਹੁਤ ਜ਼ਿਆਦਾ ਡਿਪੈਂਡੈਂਟ ਹੈ, ਸੋ ਦੇ ਹੈਵ ਟੂ ਸਿਟ ਟੂਗੈਦਰ ਕਿ ਨਾਰਥ ਅਮਰੀਕਾ ਨੂੰ ਐਜ਼ ਅ ਹੋਲ ਅਸੀਂ ਇਹਨੂੰ ਕਿੱਦਾਂ ਸੌਫਟ ਲੈਂਡਿੰਗ ਕਰਾ ਸਕਦੇ ਹੈਗੇ ਆ। ਅਸੀਂ ਇਹਨੂੰ ਐਦਾਂ ਦੀ ਕਰੈਕਸ਼ਨ ਨਾ ਕਰੀਏ ਕਿ ਉਹ ਕੱਲ ਨੂੰ ਡਿਪਰੈਸ਼ਨ 'ਚ ਜਾਵੇ ਉਸ ਚੀਜ਼ ਨੂੰ। ਠੀਕ ਹੈ ਫਕੀਰ ਜੀ, ਅੱਜ ਦੇ ਪ੍ਰੋਗਰਾਮ ਦਾ ਸਮਾਂ ਤਕਰੀਬਨ ਸਮਾਪਤ ਹੈ। ਅੱਜ ਦੀ ਚਰਚਾ ਦੇ ਵਿੱਚ ਸ਼ਾਮਲ ਹੋਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ। ਤੁਸੀਂ ਦੇਖ ਰਹੇ ਸੀ ਸਟਾਰ ਟਾਕ। ਅਗਲੇ ਹਫਤੇ ਫਿਰ ਤੁਹਾਡੇ ਲਈ ਨਵਾਂ ਐਪੀਸੋਡ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।